बिस्मिल्लाहिर्रहमानिर्रहीम। सजनों, मित्रों, बेलियो, अस्सलाम वालेकुम। सजनों, क्या ਤੁਹਾਨੂੰ ਇਲਮ ਹੈ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਕੁਝ ਅਜਿਹੇ ਲੋਕ ਵੀ ਗੁਜ਼ਰੇ ਹਨ ਜਿਹੜਾ ਪਾਕਿਸਤਾਨ ਦੀ ਬੁਨਿਆਦ ਮਜ਼ਬੂਤ ਕਰਨ ਦੇ ਵਿੱਚ ਜਿਨ੍ਹਾਂ ਦਾ ਕਿਰਦਾਰ ਬਹੁਤ ਜ਼ਿਆਦਾ ਅਹਿਮ ਸੀ, ਲੇਕਿਨ ਉਹਨਾਂ ਲੋਕਾਂ ਦਾ ਅੱਜ ਕਿਸੇ ਕਿਤਾਬ ਦੇ ਵਿੱਚ ਵੀ ਨਾਂ ਨਹੀਂ ਮਿਲਦਾ। ਅੱਜ ਅਸੀਂ ਇਹ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਨੂੰ ਡਿਸਕਸ ਕਰਾਂਗੇ, ਵੇਖਾਂਗੇ ਵੀ ਮਤਲਬ ਉਹ ਲੋਕ ਕਿਹੜੇ ਹਨ ਤੇ ਉਹਨਾਂ ਸਾਡੇ ਪਾਕਿਸਤਾਨ ਦੇ ਵਾਸਤੇ ਕੀ ਮਤਲਬ ਕੰਮ ਕੀਤਾ ਸੀ, ਜਿੰਦੀ ਵਜ੍ਹਾ ਤੋਂ ਸਾਡੀ ਪਾਕਿਸਤਾਨ ਦੀ ਬੁਨਿਆਦ ਮਜ਼ਬੂਤ ਰੱਖੀ। ਉਹਨਾਂ ਸਿਰਫ ਜ਼ਿੰਦਗੀ ਦੇ ਵਿੱਚ ਕੁਰਬਾਨੀਆਂ ਨਹੀਂ ਦਿੱਤੀਆਂ ਸਨ, ਬਲਕਿ ਪਾਕਿਸਤਾਨ ਦੀ ਜੰਗ ਦੇ ਵਿੱਚ ਜਾਂ ਮੁਖਤਲਿਫ ਮਾਮਲਾਤ ਵਿੱਚ ਲੜ ਤੇ ਕਿਸ ਤਰ੍ਹਾਂ ਪਾਕਿਸਤਾਨ ਨੂੰ ਮਤਲਬ ਅੱਗੇ ਲੈ ਕੇ ਚੱਲੇ ਸਨ। ਸ਼ੁਕਰੀਆ। ਆਜ਼ਮ ਖਾਨ ਅਫਰੀਦੀ, ਜਿਨ੍ਹਾਂ ਦਾ ਨਾਂ ਕਦੇ ਵੀ ਕਿਸੇ ਹੈਡਲਾਈਨਸ ਦੇ ਵਿੱਚ ਨਹੀਂ ਆਇਆ। 1965 ਦੀ ਜੰਗ ਦੇ ਦੌਰਾਨ ਉਹਨਾਂ ਦੁਸ਼ਮਣ ਦੀ ਜਿਹੜੀ ਸਪਲਾਈ ਲਾਈਨ ਹੈ ਕਸ਼ਮੀਰ ਫਰੰਟ ਦੇ ਵਿੱਚ ਉਹਨਾਂ ਉਹ ਕੱਟ ਦਿੱਤੀ ਸੀ ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਆਖਰੀ ਅਲਫਾਜ਼, ਆਖਰੀ ਬੰਬ ਸੱਟਣ ਦੇ ਟਾਈਮ ਆਖਰੀ ਅਲਫਾਜ਼ ਇਹ ਸਨ, ਪਾਕਿਸਤਾਨ ਜ਼ਿੰਦਾਬਾਦ। ਲੇਕਿਨ ਉਹਨਾਂ ਦਾ ਨਾਂ ਕਿਸੇ ਕਿਤਾਬ ਵਿੱਚ ਨਹੀਂ ਮਿਲਦਾ, ਕਿਸੇ ਹੈਡਲਾਈਨਸ ਵਿੱਚ ਨਹੀਂ ਮਿਲਦਾ। ਉਹਨਾਂ ਦਾ ਜਿਸਮ ਉਹਦੇ ਜ਼ਰੂਰ ਰਹਿ ਗਿਆ ਸੀ, ਦੁਸ਼ਮਣ ਵੀ ਨੇ ਰਹਿ ਗਿਆ, ਲੇਕਿਨ ਉਹਨਾਂ ਦੀ ਰੂਹ ਅੱਜ ਵੀ ਪਾਕਿਸਤਾਨ ਦੇ ਕਿਸੇ ਹਿੱਸੇ ਦੇ ਵਿੱਚ ਇਹ ਪੁਕਾਰ ਰਹੀ ਹੈ ਕਿ ਮਤਲਬ ਮੈਨੂੰ ਕਿਸੇ ਕਿਤਾਬ ਜਾਂ ਕਿਸੇ ਹੈਡਲਾਈਨਸ ਦਾ ਹਿੱਸਾ ਜ਼ਰੂਰ ਬਣਾਇਆ ਜਾਂਦਾ। ਉਹਨਾਂ ਦੇ ਘਰ ਵਾਲੇ ਅੱਜ ਵੀ ਇਸ ਉਡੀਕ ਕੇ ਚੈਨ ਕਿ ਸਾਨੂੰ ਅਬਾਸ ਆਜ਼ਮ ਖਾਨ ਅਫਰੀਦੀ ਦੇ ਆਵਾਜ਼ ਤੇ ਕੋਈ ਨਾ ਕੋਈ ਤਾਂ ਮੈਡਲ ਸਾਨੂੰ ਦਿੱਤਾ ਜਾਂਦਾ, ਜਿਹੜਾ ਕਿ 1965 ਤੋਂ ਬਾਅਦ ਬਹੁਤ ਪਹਿਲੇ ਮਿਲ ਜਾਣਾ ਚਾਹੀਦਾ ਸੀ, ਜਿਹੜਾ ਕਿ ਅੱਜ ਤੱਕ ਨਹੀਂ ਮਿਲਿਆ। ਮੇਜਰ ਅਜ਼ੀਜ਼ ਭੱਟੀ ਸ਼ਹੀਦ, ਅਸੀਂ ਉਹਨਾਂ ਨੂੰ ਸਿਰਫ ਨਿਸ਼ਾਨੇ ਹੈਦਰ ਦੀ ਵਜ੍ਹਾ ਤੋਂ ਜਾਣਦੇ ਹਾਂ, ਲੇਕਿਨ क्या ਤੁਹਾਨੂੰ ਪਤਾ ਹੈ ਵੀ ਉਹ 6 ਦਿਨ ਤੱਕ ਬਿਨਾਂ ਸੋਏ, ਬਿਨਾਂ ਕੁਝ ਖਾਏ ਪੀਏ, ਮਤਲਬ ਵੀ ਕੁਝ ਪੀਵਣ ਤੱਕ ਉਹ ਮਤਲਬ ਇਕਤਫਾ ਕਰਦੇ ਰਹੇ ਤੇ ਉਹਨਾਂ ਸਾਡੇ ਅਸੀਂ ਆਵਾਮ ਸੁੱਤੀ ਰਹੀ, ਲੇਕਿਨ ਉਹ ਜਾਗਦੇ ਰਹੇ ਕਿ ਦੁਸ਼ਮਣ ਦਾ ਅਗਲਾ ਅਟੈਕ ਕੀ ਹੋਵੇਗਾ। ਉਹਨਾਂ ਆਪਣੀ ਉਤਲੀ ਜਿਹੜੀ ਕੈਬਨਿਟ ਹੈ ਉਹਨਾਂ ਨੂੰ ਇਹ ਕਿਹਾ ਸੀ ਵੀ ਮੈਨੂੰ ਅਗਲੇ ਮੋਰਚੇ ਦੇ ਦਿੱਤੇ ਜਾਵਣ, ਫਿਰ ਮੈਂ ਜਾਣਾ ਤੇ ਦੁਸ਼ਮਣ ਜਾਣਾ। ਮੇਜਰ ਅਜ਼ੀਜ਼ ਭੱਟੀ ਸ਼ਹੀਦ ਦਾ ਜਿਹੜੇ ਭਾਈ ਐ ਸਨ, ਉਹਨਾਂ ਇਹ ਕਿਹਾ ਸੀ ਕਿ ਅਜ਼ੀਜ਼ ਚਲਾ ਗਿਆ ਲੇਕਿਨ ਪਾਕਿਸਤਾਨ ਜ਼ਿੰਦਾ। ਕਾਰਗਲ ਦੇ ਸ਼ੋਹਦਾ, ਕਾਰਗਲ ਦਾ ਨਾਂ, ਕਾਰਗਲ ਦੀ ਜੰਗ ਤਾਂ ਸਭ ਨੂੰ ਮਾਲੂਮ ਹੈ, ਲੇਕਿਨ ਕਿਆ ਸਾਨੂੰ ਇਹ ਮਾਲੂਮ ਹੈ ਵੀ ਜਿਹੜੇ ਸਾਡੇ ਜਵਾਨ ਬਰਫ਼ ਦੇ ਵਿੱਚ ਦਫਨ ਹੋ ਗਏ ਸਨ, ਉਹਨਾਂ ਜਵਾਨਾਂ ਦੇ ਵਿੱਚੋਂ ਇੱਕ ਬਿਹਤਰੀਨ ਨਾਮ, ਬਿਹਤਰੀਨ ਫਾਈਟਰ, ਬਹਾਦਰ ਆਦਮੀ, ਬਹਾਦਰ ਸ਼ਖਸ ਕਰਨਲ ਸ਼ੇਰ ਖਾਨ, ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਬਰਫ਼ ਦੇ ਉੱਤੇ ਪਾਕਿਸਤਾਨ ਝੰਡਾ ਬਣਾਇਆ ਸੀ ਤੇ ਜਿਸ ਲਈ ਉਹਨਾਂ ਦੀ ਲਾਸ਼ ਮਿਲੀ ਤੇ ਦੁਸ਼ਮਣ ਨੇ ਵੀ ਉਹਨਾਂ ਨੂੰ ਸਲੂਟ ਕੀਤਾ ਸੀ, ਕਿਉਂਕਿ ਦੁਸ਼ਮਣ ਜਾਣਦਾ ਸੀ ਕਿ ਇਹ ਬਹੁਤ ਬਹਾਦਰ ਆਦਮੀ, ਲੜਨ ਵਾਲੇ ਫੌਜੀ ਹੈਗੇ ਸਨ। ਕਿਆ ਉਹਨਾਂ ਦਾ ਨਾਂ ਕਿਸੇ ਸਿਲੇਬਸ ਦਾ ਹਿੱਸਾ ਹੈ? ਅਗਰ ਉਹਨਾਂ ਦਾ ਨਾਂ ਕਿਸੇ ਸਿਲੇਬਸ ਦਾ ਹਿੱਸਾ ਨਹੀਂ ਹੈ, ਲੇਕਿਨ ਉਹਨਾਂ ਦੀ ਕੁਰਬਾਨੀ ਕਮ ਅਜ਼ ਕਮ ਹਰ ਪਾਕਿਸਤਾਨ ਦੇ ਇਸ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ। ਪਾਕਿਸਤਾਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਾਬ ਕਰਨਲ ਸ਼ੇਰ ਖਾਨ ਨੇ ਕਾਰਗਲ ਦੀ ਜੰਗ ਦੇ ਵਿੱਚ ਕੀ ਕਾਰਨਾਮੇ ਸਾਰ ਅੰਜਾਮ ਦਿੱਤੇ ਸਨ ਤੇ ਸਾਡੇ ਉਹ ਹੀਰੋ ਕਹਿਲਾਏ ਸਨ। ਅਨਸੰਗ ਸਿਵਿਲੀਅਨਸ, ਇਹ ਤਾਂ ਸਾਡੇ ਫੌਜੀ ਹੈ ਸਨ ਜਿਹੜੇ ਜਿਨ੍ਹਾਂ ਨੇ ਕਾਰਨਾਮੇ ਜਿਹੜੇ ਸਾਡੇ ਹੀਰੋ ਹੈ ਸਨ, ਲੇਕਿਨ ਕਿਆ ਸਾਡੇ ਸਿਵਿਲੀਅਨਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਪਾਕਿਸਤਾਨ ਦੇ ਵਿੱਚ ਵਾਸਤੇ ਬੜੀ ਵੱਡੀਆਂ ਕੁਰਬਾਨੀਆਂ ਦਿੱਤੀਆਂ, ਆਦੀ ਜਾਨ ਦੇ ਦਿੱਤੀ, ਲੇਕਿਨ ਕਿਸੇ ਹੋਰ ਤੁਹਾਡੇ ਆਮ ਸ਼ਹਿਰੀਆਂ ਦੇ ਉੱਤੇ ਆਂਚ ਨਹੀਂ ਆਉਣ ਦਿੱਤੀ। ਉਹ ਸਿਵਿਲੀਅਨਸ ਦੇ ਵਿੱਚ ਇੱਕ ਮੰਨਾ ਦਨਾ ਨਾਂ ਸਾਡੇ ਰੇਲਵੇ ਦਾ ਇੱਕ ਲਾਈਨਮੈਨ ਅਹਿਮਦ ਬਲੋਚ, ਜਿਨੇ 1971 ਦੇ ਵਿੱਚ ਟ੍ਰੇਨ ਤੋਂ ਬਲਾਸਟ ਤੋਂ ਬਚਾਇਆ ਸੀ, ਆਪ ਉਹ ਸ਼ਹੀਦ ਹੋ ਗਏ, ਲੇਕਿਨ ਟ੍ਰੇਨ ਦੇ ਵਿੱਚ ਬੈਠੇ ਹੋਏ 300 ਲੋਕਾਂ ਨੂੰ ਉਹਨਾਂ ਬਚਾ ਲਿਆ ਸੀ। ਉਹਨਾਂ ਦਾ ਨਾਂ ਕਿਸੇ ਕਿਤਾਬ, ਕਿਸੇ ਜਗ੍ਹਾ ਤੇ ਨਹੀਂ ਹੈ, ਸਿਰਫ ਇੱਕ ਜਗ੍ਹਾ ਤੇ ਲਿਖਾ ਗਿਆ ਹੈ, ਇੱਕ ਛੋਟੀ ਡਾਇਰੀ ਦੇ ਵਿੱਚ, ਤੇ ਉਹ ਡਾਇਰੀ ਕਿਹਦੇ ਕੋਲ ਹੈ? ਉਹਨਾਂ ਦੇ ਬੇਟੇ। ਇਹ ਕਹਾਣੀਆਂ ਸਿਰਫ ਤਾਰੀਖ ਦਾ ਹਿੱਸਾ ਨਹੀਂ ਹੈ, ਇਹ ਕਹਾਣੀਆਂ ਸਾਨੂੰ ਭੁੱਲਣੀਆਂ ਨਹੀਂ ਚਾਹੀਦੀਆਂ, ਕਿਉਂਕਿ ਇਹ ਕਹਾਣੀਆਂ ਸਾਡੀ ਪਹਿਚਾਨ ਹੈ। ਇਹਨਾਂ ਕਹਾਣੀਆਂ ਦੀ ਵਜ੍ਹਾ ਤੋਂ, ਇਹਨਾਂ ਹੀਰੋਜ਼ ਦੀ ਵਜ੍ਹਾ ਤੋਂ ਸਾਡਾ ਇਹ ਮੁਲਕ ਜਿਹੜਾ ਜਿਹਦੇ ਵਿੱਚ ਅੱਜ ਅਸੀਂ ਆਜ਼ਾਦ ਫਿਰਦੇ ਹਾਂ, ਜਿਹਦੀ ਇਹ ਬੁਨਿਆਦ ਹੈ, ਮਤਲਬ ਅਸੀਂ ਇਸ ਮੁਲਕ ਦੇ ਵਿੱਚ ਆਜ਼ਾਦ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਫਿਰਦੇ ਹਾਂ, ਤੇ ਫਿਰ ਸਾਨੂੰ ਇਹ ਕਹਾਣੀਆਂ ਵੀ ਯਾਦ ਰੱਖਣੀਆਂ ਚਾਹੀਦੀਆਂ। ਅਗਰ ਅਸੀਂ ਇਹ ਕਹਾਣੀਆਂ ਭੁੱਲ ਜਾਵਾਂਗੇ ਤਾਂ ਆਉਣ ਵਾਲੀ ਨਸਲਾਂ ਵੀ ਫਿਰ ਸਾਡੇ ਹੀਰੋਜ਼ ਨੂੰ ਯਾਦ ਨਹੀਂ ਰੱਖਣਗੀਆਂ। ਅੱਜ ਦਾ ਦਿਨ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਸਾਡੇ ਇਸ ਮੁਲਕ ਨੂੰ ਬਚਾਉਣ ਵਾਸਤੇ, ਜਿਨ੍ਹਾਂ ਦੇ ਨਾਂ ਮਿੱਟੀ ਵਾਸਤੇ ਮਿੱਟੀ ਹੋ ਗਏ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ।
ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਇਹਨਾਂ ਹੀਰੋਜ਼ ਨੂੰ ਯਾਦ ਰੱਖਾ ਜਾਵੇ ਤੇ ਫਿਰ ਇਸ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਤੇ ਕਮੈਂਟ ਦੇ ਵਿੱਚ ਇਹ ਲਾਜ਼ਮੀ ਲਿਖੋ ਕਿ ਮੈਂ ਆਪਣੇ ਹੀਰੋਜ਼ को नहीं भूलता।